हाँ जी, ਵੈਲਕਮ ਹੈ ਜੀ YouTube ਚੈਨਲ ਤੇ ਨੌਲੇਜ ਲੈਬਸ ਤੇ। ਤਾਂ ਆਪਾਂ ਡਿਸਕਸ ਕਰ ਰਹੇ ਸੀ ਸਾਇਲੈਂਟ ਫੀਚਰਸ ਆਫ ਕਨਸਟੀਟਿਊਸ਼ਨ। ਤਾਂ ਅੱਜ ਨੈਕਸਟ ਕਲਾਸ ਹੈ, ਉਹਦੇ 'ਚ ਆਪਾਂ ਗੱਲ ਕਰਾਂਗੇ ਸਾਇਲੈਂਟ ਫੀਚਰਸ ਆਫ ਕਨਸਟੀਟਿਊਸ਼ਨ ਪਾਰਟ 2। ਫਸਟ ਪਾਰਟ ਦੇ ਵਿੱਚ ਆਪਾਂ ਕਵਰ ਕਰ ਲਿਆ ਸੀਗਾ ਲਾਸਟ ਕੀ ਕੀਤਾ ਸੀਗਾ ਕਿ ਜਰਮਨੀ ਦੇ ਕਨਸਟੀਟਿਊਸ਼ਨ ਤੋਂ ਕੀ ਲਿਆ ਗਿਆ। ਜਰਮਨੀ ਦੇ ਕਨਸਟੀਟਿਊਸ਼ਨ ਤੋਂ ਲਿਆ ਗਿਆ ਕਿ ਐਮਰਜੈਂਸੀ ਦੇ ਅਕੋਰਡਿੰਗ ਆਪਣੇ ਜੋ ਫੰਡਾਮੈਂਟਲ ਰਾਈਟਸ ਨੇ ਉਹ ਸਸਪੈਂਡਡ ਹੋ ਜਾਂਦੇ ਨੇ ਐਕਸੈਪਟ 20 ਤੇ 21 ਆਰਟੀਕਲ। 20 ਤੇ 21 ਆਰਟੀਕਲ 20 ਤੇ 21 ਨੂੰ ਛੱਡ ਕੇ ਬਾਕੀ ਸਾਰੇ ਆਰਟੀਕਲ ਕੀ ਹੈ ਸਸਪੈਂਡਡ ਹੋ ਜਾਂਦੇ ਆ। ਕਲੀਅਰ ਹੈ ਜੀ। ਤਾਂ ਨੈਕਸਟ ਕਰਦੇ ਹਾਂ USSR ਜਿਹਨੂੰ ਆਪਾਂ ਕਹਿੰਦੇ ਆ ਰਸ਼ੀਆ। ਪਹਿਲਾਂ USSR ਸੀਗਾ 1991 ਦੇ ਵਿੱਚ ਸੈਪਰੇਟ ਹੋ ਗਿਆ ਸੀ ਔਰ ਰਸ਼ੀਆ ਅਲੱਗ ਬਣ ਗਿਆ ਸੀਗਾ। ਠੀਕ ਹੈ, ਹੁਣ ਸੋਵੀਅਤ ਜਿਹਨੂੰ ਆਪਾਂ ਕਹਿੰਦੇ ਆ ਸੋਵੀਅਤ ਸੀਗਾ। ਤੁਹਾਨੂੰ ਪਤਾ ਹੋਣਾ ਕਿ ਆਪਣਾ ਜੋ ਯੂਕਰੇਨ ਤੇ ਰਸ਼ੀਆ, ਆਪਾਂ ਥੋੜੀ ਜਿਹੀ ਗੱਲ ਕਰ ਲੈਂਦੇ ਆ ਯੂਕਰੇਨ ਤੇ ਰਸ਼ੀਆ। ਯੂਕਰੇਨ ਤੇ ਰਸ਼ੀਆ ਦੋ ਜੋ ਵਰਲਡ ਵਾਰ ਉਹਨਾਂ ਦਾ ਚੱਲ ਰਿਹਾ ਹੈ ਦੋ ਦੇਸ਼ਾਂ ਦੇ ਵਿਚਕਾਰ। ਤਾਂ ਕਿਹੜੇ ਏਰੀਆ ਨੂੰ ਲੈ ਕੇ ਜ਼ਿਆਦਾਤਰ ਚੱਲ ਰਿਹਾ? ਡੋਨਬਸ ਵਾਲਾ ਏਰੀਆ। ਡੋਨਬਸ ਵਾਲਾ ਏਰੀਆ। ਔਰ ਜੇ ਸਿੰਪਲੀ ਜੇਕਰ ਆਪਾਂ ਨੂੰ ਪੋਲੀਟੀਕਲ ਦੇ ਵਿੱਚ ਜਿੰਨਾ ਕੁ ਥੋੜ੍ਹਾ ਬਹੁਤਾ ਆਉਣਾ ਹੈ, ਜੇਕਰ ਇੰਟਰਨੈਸ਼ਨਲ ਦੀ ਗੱਲ ਕਰੀਏ ਇੰਟਰਨੈਸ਼ਨਲ ਰਿਲੇਸ਼ਨ ਦੀ, ਤਾਂ ਥੋੜ੍ਹਾ ਬਹੁਤ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਡੋਨਬਸ ਦਾ ਏਰੀਆ ਹੈ। ਡੋਨਬਸ ਦੇ ਵਿੱਚ ਦੋ ਜਗ੍ਹਾ ਨੇ, ਉਹ ਦੋ ਜਗ੍ਹਾ 'ਤੇ ਕੀ ਆ 70% ਰਸ਼ੀਅਨ ਰਹਿੰਦੇ ਨੇ ਤੇ ਕਲਚਰ ਵੀ ਜਿਹੜਾ ਹੈ ਉਹ ਫੋਲੋ ਕਰਦੇ ਨੇ ਰਸ਼ੀਅਨ। ਤਾਂ ਉਸ ਜਗ੍ਹਾ ਨੂੰ ਰਸ਼ੀਆ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਡੋਨਬਸ ਵਾਲੇ ਏਰੀਏ ਨੂੰ। ਠੀਕ ਹੈ ਜੀ। ਇਹਦੇ ਰਿਲੇਟਿਡ ਪਹਿਲਾਂ ਕਰੀਮੀਆ ਸੀਗਾ। ਕਰੀਮੀਆ ਨੂੰ 2014 ਦੇ ਵਿੱਚ ਆਪਣੇ ਅੰਡਰ ਮਿਲਾਇਆ ਸੀਗਾ ਰਸ਼ੀਆ ਨੇ। ਤਾਂ ਮਿਸਕ ਸਮਝੌਤਾ ਹੋਇਆ ਸੀ ਫਸਟ ਇਹਨਾਂ ਦਾ, ਇਹ ਹੋਇਆ ਸੀਗਾ 2014 ਦੇ ਵਿੱਚ। ਉਹ ਸਮਝੌਤੇ ਤੇ ਫੇਲ ਹੋ ਗਿਆ ਸੀਗਾ। ਫਿਰ ਇਹਨਾਂ ਦਾ ਮਿਸਕ ਸਮਝੌਤਾ 2 ਹੋਇਆ ਸੀਗਾ, ਉਹ ਫਰਵਰੀ 2015 ਦੇ ਵਿੱਚ ਹੋਇਆ ਸੀਗਾ। ਠੀਕ ਹੈ, ਬਸ ਮੇਨ ਤੁਹਾਨੂੰ ਸਿੰਪਲੀ ਆਹੀ ਕੁਛ ਯਾਦ ਰੱਖਣਾ ਹੈ ਕਿ ਜੇਕਰ ਆਪਾਂ ਨੂੰ ਕੋਈ ਇਹਦੇ ਰਿਲੇਟਿਡ ਕੁਐਸਚਨ ਆਉਂਦਾ। ਠੀਕ ਹੈ ਜੀ। ਤਾਂ ਆਪਾਂ ਹੁਣ ਗੱਲ ਕਰਦੇ ਹਾਂ ਰਸ਼ੀਆ ਤੋਂ ਕੀ ਲਿਆ ਗਿਆ। ਰਸ਼ੀਆ ਤੋਂ ਲਿਆ ਗਿਆ ਜੀ ਫੰਡਾਮੈਂਟਲ ਡਿਊਟੀਜ਼। ਉਸ ਤੋਂ ਬਾਅਦ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਜਸਟਿਸ। ਸੋਸ਼ਲ ਇਕਨੋਮਿਕਸ ਐਂਡ ਪੋਲੀਟੀਕਲ ਜਸਟਿਸ। ਠੀਕ ਹੈ ਜੀ, ਕਲੀਅਰ ਹੋ ਗਿਆ। ਅੱਗੇ ਗੱਲ ਕਰੀਏ ਫ੍ਰੈਂਚ ਦਾ ਕਨਸਟੀਟਿਊਸ਼ਨ ਹੈ ਜੋ ਉਹਦੇ ਤੋਂ ਕੀ ਅਡੋਪਟ ਕੀਤਾ ਗਿਆ। ਤਾਂ ਫ੍ਰੈਂਚ ਦੇ ਕਨਸਟੀਟਿਊਸ਼ਨ ਤੋਂ ਅਡੋਪਟ ਕੀਤਾ ਜੀ ਰਿਪਬਲਿਕ। ਠੀਕ ਹੈ ਜੀ। ਰਿਪਬਲਿਕ ਵਿੱਚ ਕੀ ਹੈ ਕਿ ਜੋ ਫਸਟ ਸਿਟੀਜ਼ਨ ਜਾਂ ਪ੍ਰੈਜ਼ੀਡੈਂਟ ਦੀ ਗੱਲ ਕਰੀਏ ਉਹ ਵੀ ਬਾਏ ਇਲੈਕਸ਼ਨ ਵੋਟਾਂ ਦੇ ਵਿੱਚ ਜੋ ਇਲੈਕਟ ਹੋ ਕੇ ਆਇਆ ਕਰੂਗਾ। ਕੋਈ ਵੀ ਪਰਸਨ ਇੱਦਾਂ ਦਾ ਨਹੀਂ ਜੋ ਬਾਏ ਬਰਥ ਜੋ ਰਾਜ ਕਰ ਰਿਹਾ, ਐਵੇਂ ਸਿਸਟਮ ਨਹੀਂ ਹੋਏਗਾ। ਬਾਏ ਇਲੈਕਸ਼ਨ ਜੋ ਹੋਏਗਾ ਨਾ, ਹਰੇਕ ਬੰਦਾ ਵੋਟਾਂ ਦੇ ਵਿੱਚ ਚੁਣ ਕੇ ਉਹਨੂੰ ਭੇਜਿਆ ਜਾਏਗਾ। ਕਿੰਨੇ 5 ਸਾਲ ਦੇ ਟੈਨਿਓਰ ਤੇ। ਅੱਗੇ ਆ ਗਿਆ ਜੀ ਸਾਊਥ ਅਫਰੀਕਾ। ਤਾਂ ਅਮੈਂਡਮੈਂਟ ਜੋ ਵੀ ਕਨਸਟੀਟਿਊਸ਼ਨ ਅਮੈਂਡਮੈਂਟਸ ਹੋਣਗੀਆਂ ਉਹਦੇ ਰਿਲੇਟਿਡ ਸਾਊਥ ਅਫਰੀਕਾ ਤੋਂ ਅਡੋਪਟ ਕੀਤਾ ਗਿਆ। ਇੱਥੇ ਤੁਸੀਂ ਇਹ ਦੱਸਣਾ ਕਿ ਕਨਸਟੀਟਿਊਸ਼ਨ ਦੇ ਵਿੱਚ ਕਿਹੜੇ ਆਰਟੀਕਲ ਦੇ ਅਕੋਰਡਿੰਗ ਅਮੈਂਡਮੈਂਟ ਕੀਤੀ ਜਾਂਦੀ ਹੈ ਜੀ। ਕਨਸਟੀਟਿਊਸ਼ਨ ਦੇ ਵਿੱਚ ਕਿਹੜੇ ਆਰਟੀਕਲ ਦੇ ਅਕੋਰਡਿੰਗ ਅਮੈਂਡਮੈਂਟ ਕੀਤੀ ਜਾਂਦੀ ਹੈ। ਠੀਕ ਹੈ ਜੀ। ਹੋਰ ਸਾਊਥ ਅਫਰੀਕਾ ਤੋਂ ਕੀ ਅਡੋਪਟ ਕੀਤਾ ਗਿਆ? ਰਾਜ ਸਭਾ ਦੇ ਇਲੈਕਸ਼ਨ। ਰਾਜ ਸਭਾ ਦਾ ਇਲੈਕਸ਼ਨ ਕਿਵੇਂ ਹੋਵੇਗਾ? ਰਾਜ ਸਭਾ ਦਾ ਇਲੈਕਸ਼ਨ ਕਿਵੇਂ ਹੋਵੇਗਾ? ਠੀਕ ਹੈ ਜੀ। ਚਲੋ ਜੀ, ਇਹ ਹੋ ਗਿਆ। ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ ਜੋ ਆਪਣਾ ਕਨਸਟੀਟਿਊਸ਼ਨ ਹੈ ਰਿਜਿਡ ਹੈ ਐਂਡ ਫਲੈਕਸੀਬਲ ਹੈ। rigid as well as flexible।
जो अपना कॉन्स्टिट्यूशन है इंडियन कॉन्स्टिट्यूशन की गल करिए तो रिजिड है एज वैल एज की है फ्लैक्सीबल है। किवें है जी, यूएसए का जो कॉन्स्टिट्यूशन है ना वो काफ़ी रिजिड है, काफ़ी ज़्यादा अमेंडमेंट करनी बहुत ज़्यादा औखी है। जेकर आप एज कंपेयर टू यूएसए ब्रिटिश की गल करिए, यूके की गल करिए या इंग्लैंड हो गया, ठीक है, इको कंट्री का नेम है, ब्रिटिश की गल करिए तो इत्थों का कॉन्स्टिट्यूशन की है जी फ्लैक्सीबल है, अमेंडमेंट करनी बहुत ज़्यादा सिंपल है। ठीक है जी। उस तो बाद अगे आ गया स्पैशल मेजोरिटी। हुण स्पैशल मेजोरिटी है ना दो तरीके की होंदी है, आप गल करते हैं। स्पैशल मेजोरिटी आ गई, ये किहड़े किहड़े आर्टिकल दे अंडर आउंदी है? अंडर आर्टिकल 249 एंड 2 टाइप्स ऑफ स्पैशल मेजोरिटी। स्पैशल मेजोरिटी अंडर आर्टिकल 368। 368 च की है अमेंडमेंट की जा सकती है किसी भी संविधान दे विच, तां दो तरीके दे ने। एक स्पैशल मेजोरिटी आउंदी है जी अंडर आर्टिकल 61 दे, स्पैशल मेजोरिटी अंडर आर्टिकल 61। हुण 61 आर्टिकल है जो किहदे रिलेटिड यूज हुंदा है, किहदे लई वरतिया जांदा है? तुसीं कमेंट बॉक्स दे विच आंसर करना है कि जो 61 आर्टिकल है किहदे लई वरतिया जांदा है और की करन दे लई वरतिया जांदा है। ठीक है जी, कमेंट बॉक्स दे विच देखदे हां सब तो पहले कौन आंसर करदे ने। चलो जी अगे डिस्कस करते हैं। जो आर्टिकल है आर्टिकल 249 249 आर्टिकल की कहता है कि जो स्टेट की लिस्ट है ना, स्टेट लिस्ट लॉ, 3 तरीके की लिस्टा ने, आप गल कर लेने इत्थे। पहला जी यूनियन लिस्ट, अगे गल करांगे जो भी आर्टिकल आए। फिर उस तो बाद है स्टेट लिस्ट और उस तो बाद है कॉन्करेंट लिस्ट। 3 तरीके लिस्टा ने। ओनली और ओनली स्टेट ही है जो ये डील करेगा, इस सॉरी ये यूनियन डील करूगी, इस तो बाद ये करूगा स्टेट। और कॉन्करेंट दे विच की है सेंटर ते स्टेट दोनों करनगे, बट सारे नूं पहला की है सेंटर वड्डा होगा, सेंटर की गल पहले मनी जूगी। हुण 249 आर्टिकल की कहता कि स्टेट लॉ है जो स्टेट दे विच कोई लॉ है बट ओनू सेंटर कैन मेक, सेंटर गौरमेंट मेक कर सकती है, सेंट्रल गौरमेंट कैन मेक, ओनू सेंटर गौरमेंट बना सकती है। ठीक है जी। 249 आर्टिकल ये कहता है। सिंपली आप ब्रीफ ये गल करते पे, सिंपली बस आर्टिकल याद किया है। जो 249 आर्टिकल बारे गल करांगे तो सारा दसांगे की प्रोसैस होंदा है। रेजोल्यूशन पास करना होंदा है स्पैशल मेजोरिटी दे राही। ठीक है जी। अगे आ गया लोक सभा दे विच स्पैशल मेजोरिटी जो अंडर आर्टिकल 368 दे आउंदी है। आर्टिकल 368 ये भी है जी स्पैशल मेजोरिटी। कोई भी जो लॉ है या कोई आर्टिकल है उनके विच या संविधान दे विच कोई भी कॉन्स्टिट्यूशन दे विच अमेंडमेंट करनी है तो की होएगा स्पैशल मेजोरिटी। हुण स्पैशल मेजोरिटी की गल करिए तो स्पैशल मेजोरिटी की है जी, मान लो 545 बंदे आ टोटल। लोक सभा की जेकर गल करिए, लोक सभा दे विच 545 बंदे आ, उस दिन प्रेजेंट है गया 300। ठीक है जी। हुण स्पैशल मेजोरिटी के लिए कितनी मेजोरिटी चाहिए है? 2/3 मेजोरिटी चाहिए है। 2/3 मेजोरिटी, 2/3 मेजोरिटी चाहिए है तो 300 का 2/3 कितना बन जाएगा? 200।
200 ਬੰਦੇ ਨੇ ਜੇਕਰ ਹੱਕ ਦੇ ਵਿੱਚ ਵੋਟ ਦੇ ਦਿੱਤੀ ਤਾਂ ਉਹ ਸਪੈਸ਼ਲ ਮੈਜੋਰਟੀ ਦੇਖਦੇ ਆ ਬਣਦੀ ਹੈ ਕਿ ਨਹੀਂ। ਬਟ ਸਪੈਸ਼ਲ ਮੈਜੋਰਟੀ ਦਾ ਇੱਕ ਹੋਰ ਰੂਲ ਹੁੰਦਾ ਜੀ, 2/3 ਮੈਜੋਰਟੀ ਚਾਹੀਦੀ ਹੈ, 2/3 ਮੈਜੋਰਟੀ ਪਲੱਸ 50% ਆਫ ਟੋਟਲ, 50% ਆਫ ਟੋਟਲ। ਹੁਣ 545 ਦਾ ਜੇਕਰ ਆਪਾਂ 50% ਇਹਦਾ ਹਾਫ ਦੇਖੀਏ ਤਾਂ ਕਿੰਨਾ ਬਣੂਗਾ, 272 ਜਾਂ 73 ਕਹਿ ਸਕਦੇ ਹੋ, 273 ਕਹਿ ਸਕਦੇ ਹੋ। ਬਟ 273 ਬੰਦਿਆਂ ਦੀ ਵੋਟਿੰਗ ਚਾਹੀਦੀ ਸੀ, ਬਟ ਆਈ ਕਿੰਨਿਆਂ ਦੀ, 200 ਦੀ। ਤਾਂ ਇਹ ਜਿਹੜਾ ਲਾਅ ਹੈ ਉਹ ਪਾਸ ਨਹੀਂ ਹੋਏਗਾ। ਠੀਕ ਹੈ ਜੀ, ਸਪੈਸ਼ਲ ਮੈਜੋਰਟੀ ਸਮਝ ਆ ਗਈ ਕੀ ਹੈ ਸਪੈਸ਼ਲ ਮੈਜੋਰਟੀ। 2/3 2/3 ਮੈਜੋਰਟੀ ਚਾਹੀਦੀ ਹੈ ਪਲੱਸ 50% ਆਫ ਟੋਟਲ, 2/3 ਜਿੰਨੇ ਪ੍ਰੈਜ਼ੈਂਟ ਹੈਗੇ ਆ, ਪ੍ਰੈਜ਼ੈਂਟ ਵਾਲੇ। ਹੁਣ ਇਹ ਸਾਈਡ ਗੱਲ ਕਰੀਏ ਤਾਂ ਪ੍ਰੈਜ਼ੈਂਟ ਮੰਨ ਲਓ ਪ੍ਰੈਜ਼ੈਂਟ ਬੰਦੇ ਹੈਗੇ ਆ 545 ਟੋਟਲ ਆ, 480 ਬੰਦੇ ਆ ਗਏ। 480 ਦਾ 2/3 ਚਾਹੀਦਾ ਆਪਾਂ ਨੂੰ, ਕਿੰਨਾ ਬਣ ਜਾਏਗਾ 160। ਤਾਂ ਇਹਨੂੰ ਜੇਕਰ 2 ਨਾਲ ਮਲਟੀਪਲਾਈ ਕਰਾਂਗੇ 320 ਬਣ ਜਾਏਗਾ, 320। ਹੁਣ ਆਪਾਂ ਨੂੰ ਕਿੰਨੇ ਬੰਦੇ ਚਾਹੀਦੇ ਸੀ, 50% ਆਫ ਟੋਟਲ ਵੀ ਚਾਹੀਦੇ ਸੀਗੇ, 273 ਚਾਹੀਦੇ ਸੀ, ਬਟ ਇੱਧਰ ਤਾਂ 320 ਹੋ ਗਏ। ਤਾਂ ਕੀ ਹੈ ਸਪੈਸ਼ਲ ਮੈਜੋਰਟੀ, 2/3 ਮੈਜੋਰਟੀ ਆਫ ਪ੍ਰੈਜ਼ੈਂਟ, ਕਿੰਨੇ ਬੰਦੇ ਪ੍ਰੈਜ਼ੈਂਟ ਹੈਗੇ ਆ, ਪਲੱਸ 50% ਆਫ ਟੋਟਲ, 50% ਜੋ ਟੋਟਲ ਬੰਦੇ ਨੇ, ਟੋਟਲ ਬੰਦੇ ਕਿੰਨੇ ਨੇ 545 ਲੋਕ ਸਭਾ ਦੇ ਵਿੱਚ, ਤਾਂ ਟੋਟਲ ਬੰਦਿਆਂ ਦੀ ਵੀ ਸੀ ਚਾਹੀਦੀ ਹੈ। ਠੀਕ ਹੈ ਜੀ, ਤਾਂ ਸਪੈਸ਼ਲ ਮੈਜੋਰਟੀ ਆ ਗਈ, ਐਬਸਲੂਟ ਮੈਜੋਰਟੀ ਆ ਗਈ, ਸਿੰਪਲ ਮੈਜੋਰਟੀ ਆ ਗਈ, ਉਹ ਸਾਰੀਆਂ ਡਿਸਕਸ ਕਰਾਂਗੇ 1 ਬਾਏ 1, ਬਟ ਜਿੱਥੇ ਆਪਾਂ ਨੂੰ ਲੋੜ ਹੋਏਗੀ। ਠੀਕ ਹੈ, ਇਹ ਆ ਗਈ ਟਾਈਪ 1। ਹੁਣ ਟਾਈਪ 2 ਕੀ ਹੈ, ਟਾਈਪ 2 ਵੀ ਆਉਂਦੀ ਹੈ, ਉਹਦੇ ਵਿੱਚ ਬਸ ਇੱਕ ਚੀਜ਼ ਐਡ ਹੋ ਜਾਏਗੀ। ਇਹ ਆਪਾਂ ਟਾਈਪ 1 ਕੀਤੀ ਹੈ, ਟਾਈਪ 2 ਕੀ ਆ ਜਾਏਗੀ, ਉਹਦੇ ਵਿੱਚ ਹੋਏਗਾ 2/3 ਮੈਜੋਰਟੀ ਆਫ ਪ੍ਰੈਜ਼ੈਂਟ ਪਲੱਸ 50% ਆਫ ਟੋਟਲ ਪਲੱਸ 50% ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਜਾਂ ਕਹਿ ਸਕਦੇ ਹੋ MLA, 50% ਆਫ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਵਿੱਚੋਂ ਵੀ ਹੋਣੀਆਂ ਚਾਹੀਦੀਆਂ। ਠੀਕ ਹੈ ਜੀ, ਅੱਗੇ ਗੱਲ ਕਰਦੇ ਆਪਾਂ ਫੈਡਰਲ ਸਿਸਟਮ ਵਿਦ ਯੂਨਿਟਰੀ ਬੇਸ। ਫੈਡਰਲ ਸਿਸਟਮ ਵਿਦ ਯੂਨਿਟਰੀ ਬੇਸ ਕਲੀਅਰ ਹੋ ਗਿਆ ਜੀ। ਤਾਂ ਇੰਡੀਆ ਦਾ ਇੰਡੀਆ ਦੇ ਵਿੱਚ ਜੋ ਹੈ ਨਾ, ਜੋ ਆਪਾਂ ਗੱਲ ਕਰੀਏ ਤਾਂ ਇੰਡੀਆ ਕੀ ਇੱਕ ਯੂਨੀਅਨ ਆਫ ਸਟੇਟ ਹੈ, ਯੂਨੀਅਨ ਆਫ ਸਟੇਟ। ਠੀਕ ਹੈ, ਯੂਨੀਅਨ ਆਫ ਸਟੇਟ ਇਹ ਕਿਹਦੇ ਵਿੱਚ ਹੈ, ਆਰਟੀਕਲ 1 ਦੇ ਵਿੱਚ ਹੈ। ਜੋ ਆਪਾਂ ਆਰਟੀਕਲ ਕਰਾਂਗੇ ਜਦੋਂ 1 ਤੋਂ ਸਟਾਰਟ ਕਰਾਂਗੇ ਤਾਂ ਪਹਿਲਾਂ ਆਪਾਂ ਹੀ ਕਰਾਂਗੇ ਯੂਨੀਅਨ ਆਫ ਸਟੇਟ, ਕਿ ਸਟੇਟਾਂ ਦਾ ਇੱਕ ਯੂਨੀਅਨ, ਸਟੇਟਾਂ ਦਾ ਇੱਕ ਇਕੱਠ ਹੈਗਾ, ਉਹਨੂੰ ਆਪਾਂ ਕੀ ਕਹਿੰਦੇ ਯੂਨੀਅਨ ਆਫ ਸਟੇਟ। ਬਟ ਇਹਦੇ ਵਿੱਚ ਦੇਖੋ ਹੁਣ ਫੈਡਰਲ ਸਿਸਟਮ ਕੀਤਾ ਗਿਆ, ਫੈਡਰਲ ਸਿਸਟਮ ਕਿੱਥੋਂ ਅਡਾਪਟ ਕੀਤਾ ਗਿਆ, ਗਵਰਨਮੈਂਟ ਆਫ ਇੰਡੀਆ ਐਕਟ 1935। ਔਰ ਯੂਨਿਟਰੀ ਬੇਸ ਇਹ ਆਪਾਂ ਕੀਤਾ ਜੀ ਕੈਨੇਡਾ ਤੋਂ। ਇਹਦੇ ਵਿੱਚ ਕੀ ਹੈ ਕਿ ਸੈਂਟਰ ਦੇ ਕੋਲ ਕੀ ਹੋਏਗੀ, ਪਾਵਰ ਜ਼ਿਆਦਾ ਹੋਏਗੀ, ਸਟੇਟ ਦੇ ਕੋਲ ਘੱਟ ਹੋਏਗੀ। ਸਟੇਟ ਦੇ ਕੋਲ ਆਪਣੀਆਂ ਪਾਵਰਾਂ ਜ਼ਰੂਰ ਹੋਣਗੀਆਂ, ਬਟ ਕੀ ਹੋਏਗਾ ਸੈਂਟਰ ਦੇ ਕੋਲ ਪਾਵਰ ਜ਼ਿਆਦਾ ਹੈ ਐਜ਼ ਕੰਪੇਅਰ ਟੂ ਸਟੇਟ। ਕਲੀਅਰ ਹੋ ਗਿਆ ਜੀ। ਜਿਵੇਂ ਤੁਸੀਂ ਦੇਖ ਲਓ ਆਪਣੇ ਬਾਈਕੈਮਰਲਿਜ਼ਮ ਹੈਗਾ, ਤਾਂ ਉਹਦੇ ਵਿੱਚ ਦੇਖੋ ਲੋਕ ਸਭਾ ਹੈ ਐਂਡ ਰਾਜ ਸਭਾ ਹੈ, ਬਾਈਕੈਮਰਲਿਜ਼ਮ। ਠੀਕ ਹੈ, ਐਵੇਂ ਸਟੇਟ ਦੀ ਜੇਕਰ ਗੱਲ ਕਰੀਏ ਤਾਂ ਸਟੇਟ ਦੇ ਵਿੱਚੋਂ MLA ਨੇ, MLC ਹੈ। ਠੀਕ ਹੈ, ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਹੈ। ਤਾਂ ਤੁਸੀਂ ਇਹ ਦੱਸਣਾ ਜੀ, ਤੁਹਾਡੇ ਵਾਸਤੇ ਸਰਚ ਕੀ ਕਰਨਾ ਤੁਸੀਂ, ਜੇਕਰ ਪਤਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦਿਓ। ਕਿੰਨੀਆਂ ਸਟੇਟ ਨੇ ਐਟ ਪ੍ਰੈਜ਼ੈਂਟ ਜਿਨ੍ਹਾਂ ਦੇ ਵਿੱਚ MLC ਮੈਂਬਰ ਆਫ ਲੈਜਿਸਲੇਟਿਵ ਕਾਉਂਸਲ ਅਸੈਂਬਲੀ ਬਣੀ ਹੋਈ ਹੈ। ਠੀਕ ਹੈ ਜੀ, ਬਾਇਕੈਮਰਲ ਕਿੰਨੀਆਂ ਸਟੇਟਸ ਨੇ, ਤਾਂ ਤੁਸੀਂ ਕੀ ਕਰਨਾ, ਨਾਮ ਵੀ ਲਿਖ ਕੇ ਦੱਸਣਾ, ਨਾਮ ਕਿੰਨੀਆਂ ਸਟੇਟਾਂ ਨੇ। ਔਰ ਚਲੋ ਮੈਂ ਦੱਸ ਦੇਣਾ 6 ਸਟੇਟ ਨੇ ਜੀ। ਠੀਕ ਹੈ, ਟੋਟਲ ਸਟੇਟ ਕਿੰਨੀਆਂ ਨੇ, 6 ਸਟੇਟਸ ਨੇ, ਬਟ ਇਹਨਾਂ ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਨਾਮ ਲਿਖਣਾ ਇੱਥੇ, ਨੇਮ।
क्लीयर हो गया जी। चलो अगे चलते हैं। अगे है जी अपने कोल जुडिशरी इंटीग्रेटेड है। जुडिशरी है ना जी, वो एक तो इंडिपेंडेंट है एंड इंटीग्रेटेड है। क्लीयर हो गया। जेकर आप यूएसए की गल करिए तो यूएसए दे विच की है, जिहड़ी उन्हां दी सर्वोच्च अदालत है कोई भी है, ਉਹਦੇ 'ਚ अलग रूल ने। जो स्टेट दियां उन्हां दे विच अलग, जो हेठ डिस्ट्रिक्ट लैवल ते उन्हां दे विच अलग रूल है। बट अपने की है इंडिया दे विच गल करिए तो एक तो इंडिपेंडेंट है, कोई भी एग्जीक्यूटिव MLA MP है जो ਉਹਦੀ कोई सिफारिश नहीं चलेगी कोर्ट दे विच। और इंटीग्रेटेड है, जो लॉ सुप्रीम कोर्ट दे विच ने ਉਹੀ हाई कोर्ट दे विच ने, और हाई कोर्ट तो बाद सैशन कोर्ट ला लो, ठीक है। सैशन कोर्ट है या डिस्ट्रिक्ट कोर्ट है, उन्हां दे विच भी सेम रूल ने, ठीक है। जुडिशरी है इंटीग्रेटेड है, नाल ही है इंडिपेंडेंट है। और एक गल होर, यूएसए तो अडोप्ट किया गया, ये यूएसए तो अडोप्ट किया, यूएसए तो ही आप अडोप्ट किया जी सिंगल सिटीजनशिप। की अडोप्ट किया है? सिंगल सिटीजनशिप। यूएसए दे विच कितनी है? यूएसए की गल करिए तो डबल है जी, ड्यूल सिटीजनशिप है। जिवें मान लो आप इंडिया की गल करिए, जे इंडिया दे विच डबल सिटीजनशिप होंदी तो की होना सीगा? एक तो आपां नूं इंडिया की सिटीजनशिप लैनी पैनी सीगी, प्लस जेकर आप पंजाब स्टेट दे विच रह रहे हैं तो पंजाब स्टेट की भी आपां नूं सिटीजनशिप लैनी पैनी सी। बट अपने की है सिंगल सिटीजनशिप है, ओनली इंडिया की सिटीजनशिप है। बट जेकर यूएसए की गल करिए तो यूएसए दे विच की है, एक तो यूएसए की नाल जिहड़ी स्टेट दे विच तुसीं रह रहे हो उत्थों दी तुहानूं सिटीजनशिप लैनी पैनी है, ठीक है जी। सिंगल सिटीजनशिप वाला भी हो गया क्लीयर। अगे जी पार्लियामेंट, जो पार्लियामेंट होएगी ना ਉਹਦੇ बारे डिस्कस करते हैं। पार्लियामेंट्री फॉर्म ऑफ गवर्नमेंट, ठीक है जी। इनू होर किहड़े नाम नाल जाणिया जांदा? जेकर तुहानूं क्वेश्चन आ जाए पार्लियामेंट्री फॉर्म ऑफ गवर्नमेंट नूं होर किहड़े नाम नाल जाणिया जांदा है, तां किहड़े नाम नाल जाणिया जांदा जी? वैस्टमिनिस्टर। ਇਹਨੂੰ ਇਸ ਨਾਮ ਨਾਲ ਕਿਉਂ ਜਾਣਿਆ ਜਾਂਦਾ? ਕਿਉਂਕਿ ਇਹ ਲੰਡਨ ਦੇ ਵਿੱਚ ਇੱਕ ਪਲੇਸ ਹੈ ਜੀ, ਉੱਥੇ ਪਾਰਲੀਮੈਂਟ ਸਿਸਟਮ ਚੱਲਿਆ ਸੀਗਾ, ਇਸ ਕਰਕੇ ਇਹਦਾ ਨਾਮ ਰੱਖਤਾ, ਠੀਕ ਹੈ ਜੀ, ਵੈਸਟਮਿਨਿਸਟਰ, ਠੀਕ ਹੈ। ਹੋਰ ਇਹਨਾਂ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਜੋ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਹੈ, ਅਨਦਰ ਨੇਮ ਕਿਹੜੇ ਕਿਹੜੇ ਨੇ? ਕਈ ਵਾਰ ਕੁਐਸਚਨ ਇਦਾਂ ਹੀ ਆ ਜਾਂਦਾ ਹੁੰਦਾ। UPSC ਦੀ ਗੱਲ ਕਰੀਏ ਜਾਂ ਕੋਈ ਵੀ ਸਟੇਟ ਦੇ ਕੰਪੀਟੀਟਿਵ ਐਗਜ਼ਾਮ ਨੇ, ਤਾਂ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਨੂੰ ਹੋਰ ਕਿਹੜੇ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? फस्ट तो आ गया जी रिस्पोंसिबल गवर्नमेंट। रिस्पोंसिबल ही है क्योंकि लोगों के द्वारा इलैक्ट किए गए ने 5 साल लिए, तो लोगों के भलाई के लिए काम करनगे। होर किहड़ा नेम है जी? कैबिनेट गवर्नमेंट, कैबिनेट की गवर्नमेंट। होर की नाम नाल जानिया जांदा है? मॉडल ऑफ गवर्नमेंट भी नाम नाल जानिया जांदा है, मॉडल ऑफ गवर्नमेंट। चलो जी अगे गल करते हैं, इहदे विच रियल एग्जीक्यूटिव कौन हुंदे ने? रियल एग्जीक्यूटिव कौन हुंदे ने? देखो नॉमिनल हैड कौन होएगा? प्रेजिडेंट होएगा। रियल एग्जीक्यूटिव जिन्हां ने काम करना है इहदे विच कौन होएगा? PM एंड COM की इत्थे जी उन्हां दी कैबिनेट ऑफ मिनिस्टर। कैबिनेट ऑफ मिनिस्टर, जो कैबिनेट मिनिस्टर होणगे इन्हां ने ही काम करना है। नॉमिनल हैड होएगा अपना प्रेजिडेंट, ठीक है जी। और जिहड़ा PM दा रोल है ना, वो पार्लीमेंट दे विच बहुत ही ज़्यादा जरूरी हुंदा है। PM दा जो रोल है ना, रोल ऑफ PM is most important in parliament,
ठीक है जी। इस करके इन्हूं किहड़े नाम नाल जाणिया जांदा है? प्राइम मिनिस्ट्रीरियल गवर्नमेंट। ठीक है जी। तो प्राइम मिनिस्टर का जिहड़ा रोल है सब तो ज़्यादा जरूरी किहदे च हुंदा? पार्लीमेंट दे विच, क्योंकि हैड है तो हैड होने करके सारी जो कार्रवाई है, जो भी पार्लीमेंट दे विच जो भी उन्होंने रूल बनाने ने, रैगूलेशन जो भी काम करना है, यही सिस्टम चलूगा। ठीक है जी। हुण इहदे विच एक डिफरेंस है, देखो ब्रिटिश आपां एक ही है, ब्रिटिश सरकार तो लिया है, ब्रिटिश तो। ठीक है। ब्रिटिश सरकार दे विच हुण डिफरेंस है थोड़ा जिहा। देखो इंडिया दे विच है ना, जो इंडिया रिपब्लिक है, इंडिया दे विच जिहड़ा हैड है ना, जो हैड है, जो अपना फर्स्ट सिटीजन है जां प्रेजिडेंट कह सकते हो, वो की हुंदा है? इलैक्टेड हुंदा है। बट ब्रिटिश की जेकर गल करिए तो उत्थे इलैक्ट नहीं हुंदा, उत्थे हैरीडिटरी हैड हुंदा जी, मोनरची जिहड़ा चलदा है, किंग जो वंश का होएगा हैड, वो ही अगे जाके हैड बनेगा। बट इंडिया दे विच इदां दा नहीं है, इंडिया दे विच इदां दा सिस्टम नहीं चलदा, ब्रिटिश दे विच चलदा जी। ब्रिटिश दे विच पीएम इलैक्ट होके बनूगा, बट जो उन्हां दा हैड है, उत्थों दा किंग है, वो उदां ही रहेगा, हैरीडिटरी चलेगा। जो एक किंग है वो जाके अगे एवें बनूगा। ठीक है जी। चलो जी अगे चलते हैं। फंडामेंटल राइट्स की गल करिए तो फंडामेंटल राइट्स ने जो वो यूएसए तो अडॉप्ट किए ने, यूएसए तो। ठीक है जी। गल कर रही सी, और फंडामेंटल राइट्स नू ना एक उन्हां दा आर्टिकल है, आपां वो गल कर लेने। सिंपल सीधी सीधी लाइन आउंदी हुंदी है, किहड़े आर्टिकल नू कहा गया है? आर्टिकल 32 नू की कहा गया है? सुप्रीम कोर्ट है ना जो, द गार्डिनर ऑफ द फंडामेंटल राइट्स ऑफ द सिटीजनस। किहड़े आर्टिकल नू कहा गया है? ये कहा गया जी 32 नू। देखो की है, कॉन्स्टिट्यूशन रैमडीज अपना आर्टिकल है 32, कॉन्स्टिट्यूशनल रैमडीज अंडर आर्टिकल 32। तो की हुंदा है कि जेकर आपां नू लगता है कि अपने फंडामेंटल राइट्स आपां नू नहीं मिल रहा, तो अंडर आर्टिकल 32 दे आपां की है सुप्रीम कोर्ट दे विच अपील कर सकते हैं। ठीक है जी, क्लीयर हो गया। तो इंडिपेंडेंट जुडिशरी है वो आप डिस्कस कर लिया सीगा। होर एक कि ड्यूरिंग एमरजेंसी, नैशनल एमरजेंसी दे विच जो अपने फंडामेंटल राइट्स ने ना, ड्यूरिंग एमरजेंसी नैशनल एमरजेंसी किहड़े आर्टिकल के अकॉर्डिंग, किहड़े आर्टिकल दे विच है जी नैशनल एमरजेंसी? सॉरी इत्थे आना सी नैशनल एमरजेंसी, वो है जी 352 है। तो जेकर नैशनल एमरजेंसी लगती है इंडिया दे विच, तो फिर अपने 20 ते 21 20 एंड 21 आर्टिकल सस्पेंडेड नहीं होंगे, बाकी सारे आर्टिकल जो अपने सस्पेंडेड हो जाएंगे। क्लीयर है जी। उस तो बाद गल करिए तो अपने कोल फंडामेंटल ड्यूटीज आ गया। फंडामेंटल ड्यूटीज, हुण फंडामेंटल ड्यूटीज है ना जो वो किहड़े आर्टिकल दे विच है? सब तो पहला तो पार्ट किहड़ा है और आर्टिकल किहड़ा है जी? पार्ट है जी 4th A एंड आर्टिकल है 51A। क्लियर हो गया जी। इन्हां नूं कदों ऐड किया गया सीगा? देखो ये ऐड कदों होए सी? जो फंडामेंटल ड्यूटी सी ना, ये किहड़ी कमेटी ने पहला तो ऐड कीतियां सी? ये क्वेश्चन आउंदा हुंदा है, किहड़ी कमेटी ने?
ਕਮੇਟੀ ਕਿਹੜੀ ਸੀ ਫੰਡਾ ਜਦੋਂ ਆਪਣਾ ਕਨਸਟੀਟਿਊਸ਼ਨ ਬਣਿਆ ਸੀਗਾ ਉਸ ਟਾਈਮ ਤੇ ਆਪਣੇ ਕੋਲ ਫੰਡਾਮੈਂਟਲ ਰਾਈਟਸ ਸੀ ਨਾ ਫੰਡਾਮੈਂਟਲ ਡਿਊਟੀਜ਼ ਸੀਗੀਆਂ ਉਹ ਨਹੀਂ ਸੀਗੀਆਂ ਬਟ ਇਹਨਾਂ ਨੂੰ ਐਡ ਕੀਤਾ ਗਿਆ ਸੀ ਬਾਅਦ ਵਿੱਚ ਐਡ ਕੀਤਾ ਗਿਆ ਸੀਗਾ ਤਾਂ ਕਿਹੜੀ ਕਮੇਟੀ ਇਹਨਾਂ ਨੂੰ ਲੈ ਕੇ ਆਈ ਸਵਰਨ ਸਿੰਘ ਕਮੇਟੀ ਠੀਕ ਹੈ ਜੀ ਸਵਰਨ ਸਿੰਘ ਕਮੇਟੀ ਲੈ ਕੇ ਆਈ ਡੂਰਿੰਗ ਦਾ ਆਪਰੇਸ਼ਨ ਆਫ ਇਟਰਨਲ ਐਮਰਜੈਂਸੀ during the operation of internal emergency ਜੋ ਆਪਣੀ ਨੈਸ਼ਨਲ ਐਮਰਜੈਂਸੀ ਲੱਗੀ ਹੋਈ ਸੀਗੀ ਕਦੋਂ ਤੋਂ ਕਦੋਂ ਤੱਕ ਜੀ 1975 ਤੋਂ ਲੈ ਕੇ 77 ਤੱਕ ਐਮਰਜੈਂਸੀ ਲੱਗੀ ਹੋਈ ਸੀਗੀ ਔਰ ਇਸ ਦੇ ਅਕੋਰਡਿੰਗ ਜੋ ਆਪਣੇ ਆਏ ਸੀਗੇ ਕਿਹੜੇ ਅਮੈਂਡਮੈਂਟ ਦੇ ਅਕੋਰਡਿੰਗ ਆਏ ਸੀ 42nd amendment act of 1976 ਦੇਖੋ 1976 ਦੇ ਵਿੱਚ ਕਿਹੜੀ ਅਮੈਂਡਮੈਂਟ ਹੋਈ ਸੀ 42 ਹੋਈ ਸੀਗੀ ਦੇਖੋ ਆ ਲਾਸਟ ਤੇ ਕੀ ਹੈ 6 ਹੈ ਨਾ ਤੇ ਇਹਨੂੰ ਜੋੜ ਕਰ ਲਓ 4 ਤੇ 2 6 ਠੀਕ ਹੈ ਜੇ 44th ਆ ਜੇ ਤਾਂ 4 + 4 8 1978 ਆ ਜਾਏਗਾ ਠੀਕ ਹੈ ਆ ਦੋ ਯਾਦ ਰੱਖ ਲਿਓ ਡਿਫਰੈਂਸ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ 4 + 2 6 ਆ ਗਿਆ ਤਾਂ ਲਾਸਟ ਤੇ ਕੀ ਹੋਏਗਾ 6 ਹੋਏਗਾ 1976 ਜੇਕਰ 4 + 4 ਦੀ ਗੱਲ ਕਰੀਏ ਆਪਾਂ ਤਾਂ ਕਿੰਨਾ ਬਣੇਗਾ 4 + 4 8 ਤਾਂ ਲਾਸਟ ਤੇ 1978 ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ 10 ਐਡ ਕੀਤੀਆਂ ਗਈਆਂ ਸੀ ਇਹਦੇ ਅਕੋਰਡਿੰਗ ਕਿੰਨੀਆਂ 10 ਐਡ ਕੀਤੀਆਂ ਗਈਆਂ ਸੀ ਇੱਕ ਐਡ ਕੀਤੀ ਗਈ 86 ਅਮੈਂਡਮੈਂਟ ਕਦੋਂ ਹੋਈ ਸੀ 2002 ਦੇ ਵਿੱਚ ਐਡ ਕੀਤਾ ਗਿਆ ਸੀਗਾ ਕਲੀਅਰ ਹੋ ਗਿਆ ਜੀ ਉਸ ਤੋਂ ਬਾਅਦ ਗੱਲ ਕਰੀਏ ਤਾਂ ਯੂਨੀਵਰਸਲ ਅਡਲਟ ਫਰੈਂਚਾਈਜ਼ ਯੂਨੀਵਰਸਲ ਅਡਲਟ ਫਰੈਂਚਾਈਜ਼ ਕੀ ਹੈ ਜੀ ਕਿ ਸਭ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਕਿੰਨਾ ਸੀਗਾ 21 ਸਾਲ ਤੋਂ ਕੀ ਕੀਤਾ ਗਿਆ 18 ਸਾਲ ਏਜ ਕੀਤੀ ਗਈ ਜਿੰਨੇ ਵੀ 18 ਜਾਂ 18+ ਨੇ ਉਹ ਸਾਰੇ ਬੰਦਿਆਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਔਰ ਕਿਹਦੇ ਵਿੱਚ ਕੀਤਾ ਗਿਆ ਜੀ 61 ਅਮੈਂਡਮੈਂਟ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਆਫ 1989 ਦੇ ਵਿੱਚ ਜੋ ਯੂਨੀਵਰਸਲ ਅਡਲਟ ਫਰੈਂਚਾਈਜ਼ ਦਾ ਐਕਟ ਹੈ ਜੋ ਕੀਤਾ ਗਿਆ ਜੀ ਠੀਕ ਹੈ ਜੀ ਹੁਣ ਆਪਣੇ ਕੋਲ ਨਾ ਕੁਝ ਇੰਡੀਪੈਂਡੈਂਟ ਬਾਡੀਜ਼ ਹੁੰਦੀਆਂ ਨੇ ਆਜ਼ਾਦ ਨੇ ਤੁਸੀਂ ਕਹਿ ਸਕਦੇ ਹੋ ਆਜ਼ਾਦ ਹੀ ਨੇ ਠੀਕ ਹੈ ਗੱਲਾਂ 'ਚ ਆਜ਼ਾਦ ਨੇ ਬਟ ਕੰਮ ਜੋ ਸਾਰਾ ਉਹ PM ਦੇ ਅੰਡਰ ਹੀ ਕਰਦੇ ਨੇ ਇੰਡੀਪੈਂਡੈਂਟ ਬਾਡੀਜ਼ ਫਸਟ ਹੈ ਜੀ ਇਲੈਕਸ਼ਨ ਕਮਿਸ਼ਨ ਜਦੋਂ ਸਰਕਾਰ ਨਹੀਂ ਹੈ ਤਾਂ ਇਲੈਕਸ਼ਨ ਕਮਿਸ਼ਨ ਕੀ ਹੈ ਕਿ ਇੰਡੀਪੈਂਡੈਂਟ ਹੈ ਆਪਦੇ ਕੋਲੋਂ ਹੀ ਡਿਸੀਜਨ ਲੈਂਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜੇਕਰ ਤੁਹਾਨੂੰ ਐਵੇਂ ਕੁਐਸਚਨ ਆ ਜੇ ਵੀ ਹੇਠ ਲਿਖਿਆਂ ਵਿੱਚੋਂ ਦੱਸੋ ਕਿ ਇੰਡੀਪੈਂਡੈਂਟ ਬਾਡੀਜ਼ ਕੌਣ ਨੇ ਥੱਲੇ ਆਪਸ਼ਨਾਂ ਦਿੱਤੀਆਂ ਹੋਣ ਤਾਂ ਫਸਟ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸੈਕਿੰਡ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਆ ਗਿਆ ਇਹਨਾਂ ਨੇ ਕੰਡਕਟ ਕਰਾਉਣੇ ਨੇ ਜਿਹੜੇ ਇਲੈਕਸ਼ਨ ਨੇ ਕਦੇ ਕੰਡਕਟ ਕਰਾਉਂਦੇ ਨੇ ਪਾਰਲੀਮੈਂਟ ਦੇ ਹੋ ਗਏ MLA ਦੇ ਪ੍ਰੈਜ਼ੀਡੈਂਟ ਦੇ ਔਰ ਵਾਈਸ ਪ੍ਰੈਜ਼ੀਡੈਂਟ ਦੇ ਠੀਕ ਹੈ ਜੀ ਜੇਕਰ ਸੈਂਟਰ ਦੇ ਵਿੱਚ ਗੱਲ ਕਰੀਏ ਤਾਂ ਪਾਰਲੀਮੈਂਟ ਦੇ ਜੇ ਸਟੇਟ ਦੇ ਵਿੱਚ ਗੱਲ ਕਰੀਏ MLA ਦੇ ਪ੍ਰੈਜ਼ੀਡੈਂਟ ਦੇ ਕਰਾਉਣੇ ਨੇ ਠੀਕ ਹੈ ਵਾਈਸ ਪ੍ਰੈਜ਼ੀਡੈਂਟ ਦੇ ਕਰਾਉਣੇ ਨੇ ਬਟ ਜੋ ਪਿੰਡ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੁੰਦੇ ਨੇ ਨਾ ਉਹਨਾਂ ਦੇ ਜੋ ਇਲੈਕਸ਼ਨ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੰਡਕਟ ਨਹੀਂ ਕਰਾਉਂਦਾ ਇਹਨਾਂ ਨੇ ਸਟੇਟ ਨੂੰ ਅਥਾਰਟੀ ਦਿੱਤੀ ਹੋਈ ਹੈ ਵੀ ਤੁਸੀਂ ਆਪਣੇ ਲੈਵਲ ਤੇ ਕਰਾਉਣੇ ਨੇ ਸਰਪੰਚੀ ਦੇ ਜੋ ਇਲੈਕਸ਼ਨ ਨੇ ਠੀਕ ਹੈ ਅੱਗੇ ਆ ਗਿਆ ਜੀ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕੰਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ ਕੰਟਰੋਲਰ ਐਂਡ ਐਡੀਟਰ ਜਨਰਲ ਆਫ ਇੰਡੀਆ ਠੀਕ ਹੈ ਹੁਣ ਇਹ ਕੀ ਹੈ ਇਹ ਗਾਰਡੀਨਰ ਹੈ ਇਹਨੂੰ ਸਿੰਪਲੀ ਭਾਸ਼ਾ ਦੇ ਵਿੱਚ ਸਮਝੀਏ ਤਾਂ ਕੀ ਹੈ ਇਹ ਗਾਰਡੀਨਰ ਹੈ ਕਿਹਨਾਂ ਦਾ ਪਬਲਿਕ ਪਰਸ ਦਾ ਜੋ ਪੈਸੇ ਦਾ ਹਿਸਾਬ ਹੈ ਨਾ ਇਹ ਸਾਰਾ ਕਿਹਨਾਂ ਨੇ ਕਰਨਾ ਹੈ ਇਹਨਾਂ ਨੇ ਕਰਨਾ ਹੈ ਕੰਟਰੋਲਰ ਐਂਡ ਐਡੀਟਰ ਜਨਰਲ ਨੇ ਇਹਨਾਂ ਨੂੰ ਸੈਕਿੰਡ ਨੇਮ ਨਾਲ ਜਾਣਿਆ ਜਾਂਦਾ ਹੈ ਗਾਰਡੀਨਰ ਪਬਲਿਕ ਪਰਸ ਵੀ ਪਬਲਿਕ ਦਾ ਜੋ ਪਰਸ ਹੈ ਨਾ ਉਹਦੇ ਵਿੱਚ ਜਿੰਨਾ ਵੀ ਪੈਸਾ ਹੈ ਉਹ ਸਾਰੇ ਪੈਸੇ ਦਾ ਹਿਸਾਬ ਕਿਤਾਬ ਸਹੀ ਹੋ ਰਿਹਾ ਸਹੀ ਪੈਸਾ ਲੱਗ ਰਿਹਾ ਉਹ ਕਿਹਨਾਂ ਨੇ ਲੇਖਾ ਜੋਖਾ ਕਰਨਾ ਹੈ ਸਾਰਾ ਕੰਟਰੋਲਰ ਐਂਡ ਐਡੀਟਰ ਜਨਰਲ ਨੇ ਉਸ ਤੋਂ ਬਾਅਦ ਆ ਗਿਆ ਜੀ
यूपीएससी अपने लेवल पे कंडक्ट करती है एग्जाम, ठीक है। जो IAS IPS, ठीक है, IFS, जो सारे पेपर की तैयारी करते हैं, ठीक है, जिहदे विच सारी की है लाइफ लग जाती है तैयारी करने के लिए, ठीक है। तो यूपीएससी हो गया। उस बाद स्टेट पब्लिक सर्विस कमीशन, उस तो बाद आ गया जी स्टेट पब्लिक सर्विस कमीशन। क्लीयर हो गया जी। उस तो बाद एमरजेंसी पावरां ने वो आप डिस्कस कर ही लिया सीगा, ठीक है। उस बाद एक लास्ट आप गल करिए 3 टायर गवर्नमेंट है, 3 टायर गवर्नमेंट लास्ट जो अपना है, आप यही गल करते हैं 3 टायर गवर्नमेंट। तो 3 टायर गवर्नमेंट की है 73 एंड 74th जो अमेंडमेंट सी ना, कॉन्स्टिट्यूशनल अमेंडमेंट 1992 ਦੇ ਵਿੱਚ ਆਈਆਂ ਸੀਗੀਆਂ। ਇਹਨਾਂ ਦੇ ਰਾਹੀਂ ਕੀ ਕੀਤਾ ਗਿਆ कि 73 ਦੇ ਅਕੋਰਡਿੰਗ ਤਾਂ ਪੰਚਾਇਤ जो पंचायती राज सिस्टम है ਉਹਨੂੰ ਮਿਲਾਇਆ ਗਿਆ ਪੰਚਾਇਤ ਨੂੰ, ਤੇ 74 ਕੀ ਦੇ ਅਕੋਰਡਿੰਗ ਮਿਊਨਿਸਪੈਲਿਟੀਜ਼ जो ਸ਼ਹਿਰਾਂ ਦੇ ਲਈ ਹੋ ਗਿਆ ਕੀ ਹੋਏਗਾ ਮਿਊਨਿਸਪੈਲਿਟੀਜ਼, और ਪਿੰਡਾਂ ਦੇ ਲਈ ਕੀ ਹੋਏਗਾ जो अपना पंचायती राज सिस्टम। और इन्हों ही कहा जाता है जी लोकल गवर्नमेंट्स, लोकल गवर्नमेंट्स। अगे जो इन्हों के आर्टिकल आउणगे उहदे विच डिस्कस करांगे। और इन्हों जोड़िया गया पार्ट 9, ठीक है जी, पार्ट 9 11वां शेड्यूल है जी इन्हों के बारे, ठीक है जी। और पार्ट 9A, पार्ट 9A और 12वां शेड्यूल इन्हों के बारे है जी म्यूनसिपल बारे, और ये पंचायती राज सिस्टम बारे है, और ये है जी 12वां शेड्यूल है जिहड़ा म्यूनसिपल बारे है, ठीक है। क्लीयर हो गया जी। तो नैक्सट जो अपना स्टार्ट होएगा, जो अपने साइलेंट फीचर हो गए ने, खत्म हो गए ने, इस तो बाद आप स्टार्ट करना है जी प्रैम्बल। प्रैम्बल तो स्टार्ट करके अगे जो भी होएगा जिन्ना भी कुछ अपनी लक्ष्मीकांत बुक दे सारा कवर करांगे, ठीक है जी। तो अज की वीडियो इत्थे ही खत्म करते हैं। कल नवी वीडियो जो प्रैम्बल ते जल्दी लैके आवांगे।